ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਮਨ ਕੀ ਬਾਤ ਦੀ ਹਮੇਸ਼ਾ ਵਾਂਗ ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਉਡੀਕ ਰਹਿੰਦੀ ਹੈ। ਇਸ ਵਾਰ ਵੀ ਮੈਂ ਦੇਖਿਆ ਕਿ ਬਹੁਤ ਸਾਰੀਆਂ ਚਿੱਠੀਆਂ, ਕਮੈਂਟਸ, ਫੋਨ ਕਾਲਸ ਮਿਲੇ ਨੇ ਤੇ ਅਨੇਕਾਂ ਕਹਾਣੀਆਂ ਨੇ, ਸੁਝਾਅ ਨੇ, ਪ੍ਰੇਰਨਾ ਹੈ। ਹਰ ਕੋਈ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ ਤੇ ਕਹਿਣਾ ਵੀ ਚਾਹੁੰਦਾ ਹੈ। ਇੱਕ ਜਜ਼ਬਾ ਮਹਿਸੂਸ ਹੁੰਦਾ ਹੈ ਤੇ ਇਹਨਾਂ ਸਾਰਿਆਂ ਵਿੱਚ ਬਹੁਤ ਕੁਝ ਹੈ ਜੋ ਮੈਂ ਸਮੇਟਣਾ ਚਾਹਾਂਗਾ, ਪਰੰਤੂ ਸਮੇਂ ਦੀ ਸੀਮਾ ਹੈ, ਇਸ ਲਈ ਸਮੇਟ ਵੀ ਨਹੀਂ ਪਾਉਂਦਾ। ਅਜਿਹਾ ਲੱਗ ਰਿਹਾ ਕਿ ਤੁਸੀਂ ਮੇਰੀ ਬਹੁਤ ਪਰਖ ਕਰ ਰਹੇ ਹੋ। ਫਿਰ ਵੀ ਤੁਹਾਡੀਆਂ ਹੀ ਇਹਨਾਂ ਗੱਲਾਂ ਨੂੰ ਇਸ ਮਨ ਕੀ ਬਾਤ ਦੇ ਧਾਗੇ ਵਿੱਚ ਪਿਰੋ ਕੇ ਫਿਰ ਮੈਂ ਇੱਕ ਵਾਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਤੁਹਾਨੂੰ ਯਾਦ ਹੋਵੇਗਾ, ਪਿਛਲੀ ਵਾਰ ਮੈਂ ਪ੍ਰੇਮ ਚੰਦ ਜੀ ਦੀਆਂ ਕਹਾਣੀਆਂ ਦੀ ਇੱਕ ਕਿਤਾਬ ਦੇ ਬਾਰੇ ਚਰਚਾ ਕੀਤੀ ਸੀ ਅਤੇ ਅਸੀਂ ਤੈਅ ਕੀਤਾ ਸੀ ਕਿ ਜਿਹੜੀ ਵੀ ਕਿਤਾਬ ਪੜ੍ਹੀਏ ਉਸ ਦੇ ਬਾਰੇ ਵਿੱਚ ਕੁਝ ਗੱਲਾਂ ਨਰਿੰਦਰ ਮੋਦੀ ਐਪ ਰਾਹੀਂ ਸਭ ਨਾਲ ਸਾਂਝੀਆਂ ਕਰੀਏ। ਮੈਂ ਦੇਖ ਰਿਹਾ ਹਾਂ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਅਨੇਕਾਂ ਪ੍ਰਕਾਰ ਦੀਆਂ ਕਿਤਾਬਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਮੈਨੂੰ ਚੰਗਾ ਲੱਗਾ ਕਿ ਲੋਕ ਸਾਇੰਸ, ਟੈਕਨੋਲੋਜੀ, ਇਨੋਵੇਸ਼ਨ, ਇਤਿਹਾਸ, ਸੰਸਕ੍ਰਿਤੀ, ਬਿਜ਼ਨਸ, ਜੀਵਨ ਚਰਿੱਤਰ, ਅਜਿਹੇ ਕਈ ਵਿਸ਼ਿਆਂ 'ਤੇ ਲਿਖੀਆਂ ਗਈਆਂ ਕਿਤਾਬਾਂ ਉੱਤੇ ਉਹਨਾਂ ਬਾਰੇ ਚਰਚਾ ਕਰ ਰਹੇ ਨੇ। ਕੁਝ ਲੋਕਾਂ ਨੇ ਤਾਂ ਮੈਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਮੈਂ ਕਈ ਹੋਰ ਪੁਸਤਕਾਂ ਦੇ ਬਾਰੇ ਵੀ ਗੱਲ ਕਰਾਂ। ਠੀਕ ਹੈ, ਮੈਂ ਜ਼ਰੂਰ ਕੁਝ ਹੋਰ ਪੁਸਤਕਾਂ ਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗਾ, ਲੇਕਿਨ ਇੱਕ ਗੱਲ ਮੈਨੂੰ ਸਵੀਕਾਰ ਕਰਨੀ ਹੋਏਗੀ ਕਿ ਹੁਣ ਮੈਂ ਬਹੁਤ ਜ਼ਿਆਦਾ ਕਿਤਾਬ ਪੜ੍ਹਨ ਵਿੱਚ ਸਮਾਂ ਨਹੀਂ ਦੇ ਪਾ ਰਿਹਾ। ਪਰੰਤੂ ਇੱਕ ਫਾਇਦਾ ਜ਼ਰੂਰ ਹੋਇਆ ਕਿ ਤੁਸੀਂ ਲੋਕ ਜੋ ਲਿਖ ਕੇ ਭੇਜਦੇ ਹੋ ਤਾਂ ਕਈ ਕਿਤਾਬਾਂ ਦੇ ਵਿਸ਼ੇ ਵਿੱਚ ਮੈਨੂੰ ਜਾਣਨ ਦਾ ਜ਼ਰੂਰ ਮੌਕਾ ਮਿਲਦਾ ਹੈ। ਲੇਕਿਨ ਇਹ ਜਿਹੜਾ ਪਿਛਲੇ ਇੱਕ ਮਹੀਨੇ ਦਾ ਅਨੁਭਵ ਹੈ, ਉਸ ਤੋਂ ਮੈਨੂੰ ਲੱਗਦਾ ਕਿ ਇਸ ਨੂੰ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ। ਕਿਉਂ ਨਾ ਅਸੀਂ ਨਰਿੰਦਰ ਮੋਦੀ ਐਪ ਉੱਤੇ ਇੱਕ ਪਰਮਾਨੈਂਟ ਬੁੱਕਸ ਕਾਰਨਰ ਹੀ ਬਣਾ ਦਈਏ ਅਤੇ ਜਦੋਂ ਵੀ ਅਸੀਂ ਨਵੀਂ ਕਿਤਾਬ ਪੜ੍ਹੀਏ ਉਸ ਦੇ ਬਾਰੇ ਉੱਥੇ ਲਿਖੀਏ, ਚਰਚਾ ਕਰੀਏ ਅਤੇ ਤੁਸੀਂ ਸਾਡੇ ਇਸ ਬੁੱਕਸ ਕਾਰਨਰ ਦੇ ਲਈ ਕੋਈ ਚੰਗਾ ਜਿਹਾ ਨਾਮ ਵੀ ਸੁਜੈਸਟ ਕਰ ਸਕਦੇ ਹੋ। ਮੈਂ ਚਾਹੁੰਦਾ ਹਾਂ ਕਿ ਇਹ ਬੁੱਕਸ ਕਾਰਨਰ ਪਾਠਕਾਂ ਅਤੇ ਲੇਖਕਾਂ ਦੇ ਲਈ ਇੱਕ ਸਰਗਰਮ ਮੰਚ ਬਣ ਜਾਏ। ਤੁਸੀਂ ਪੜ੍ਹਦੇ ਲਿਖਦੇ ਰਹੋ ਅਤੇ ਮਨ ਕੀ ਬਾਤ ਦੇ ਸਾਰੇ ਸਾਥੀਆਂ ਦੇ ਨਾਲ ਸਾਂਝਾ ਵੀ ਕਰਦੇ ਰਹੋ। ਸਾਥੀਓ, ਅਜਿਹਾ ਲੱਗਦਾ ਕਿ ਪਾਣੀ ਦੀ ਸੰਭਾਲ ਮਨ ਕੀ ਬਾਤ ਵਿੱਚ ਜਦੋਂ ਮੈਂ ਇਸ ਗੱਲ ਨੂੰ ਛੂਹਿਆ ਸੀ, ਲੇਕਿਨ ਅੱਜ ਮੈਂ ਅਨੁਭਵ ਕਰ ਰਿਹਾ ਹਾਂ ਕਿ ਮੇਰੇ ਕਹਿਣ ਤੋਂ ਪਹਿਲਾਂ ਵੀ ਪਾਣੀ ਦੀ ਸੰਭਾਲ ਦਾ ਵਿਸ਼ਾ ਤੁਹਾਡਾ ਮਨ ਭਾਉਂਦਾ ਵਿਸ਼ਾ ਸੀ, ਆਮ ਮਨੁੱਖ ਦਾ ਪਸੰਦੀਦਾ ਵਿਸ਼ਾ ਸੀ ਅਤੇ ਮੈਂ ਅਨੁਭਵ ਕਰ ਰਿਹਾ ਹਾਂ ਕਿ ਪਾਣੀ ਦੇ ਵਿਸ਼ੇ ਵਿੱਚ ਇੰਨੀ ਦਿਨੀਂ ਹਿੰਦੁਸਤਾਨ ਦੇ ਦਿਲਾਂ ਨੂੰ ਝੰਜੋੜ ਦਿੱਤਾ ਹੈ। ਪਾਣੀ ਦੀ ਸੰਭਾਲ ਨੂੰ ਲੈ ਕੇ ਦੇਸ਼ ਭਰ ਵਿੱਚ ਅਨੇਕਾਂ ਪ੍ਰਕਾਰ ਦੀਆਂ ਪ੍ਰਭਾਵਸ਼ਾਲੀ ਕੋਸ਼ਿਸ਼ਾਂ ਚੱਲ ਰਹੀਆਂ ਨੇ। ਲੋਕਾਂ ਨੇ ਰਵਾਇਤੀ ਤੌਰ ਤਰੀਕਿਆਂ ਦੇ ਬਾਰੇ ਜਾਣਕਾਰੀ ਤਾਂ ਸ਼ੇਅਰ ਕੀਤੀ ਹੈ। ਮੀਡੀਆ ਨੇ ਪਾਣੀ ਦੀ ਸੰਭਾਲ ਲਈ ਕਈ ਇਨੋਵੇਟਿਵ ਕੰਪੇਨ ਸ਼ੁਰੂ ਕੀਤੇ ਨੇ। ਸਰਕਾਰ ਹੋਵੇ, NGOs ਹੋਣ, ਜੰਗੀ ਪੱਧਰ 'ਤੇ ਕੁਝ ਨਾ ਕੁਝ ਕਰ ਰਹੇ ਨੇ। ਏਕੇ ਦੀ ਬਰਕਤ ਦੇਖ ਕੇ ਮਨ ਨੂੰ ਬਹੁਤ ਚੰਗਾ ਲੱਗ ਰਿਹਾ ਹੈ, ਬੜੀ ਸੰਤੁਸ਼ਟੀ ਹੋ ਰਹੀ ਹੈ। ਜਿਵੇਂ ਝਾਰਖੰਡ ਵਿੱਚ ਰਾਂਚੀ ਤੋਂ ਕੁਝ ਦੂਰ ਓਰਮਾਂਝੀ ਉਪ ਮੰਡਲ ਦੇ ਆਰਾ ਕੇਰਮ ਪਿੰਡ ਵਿੱਚ ਉੱਥੋਂ ਦੇ ਵਸਨੀਕਾਂ ਨੇ ਜਲ ਪ੍ਰਬੰਧਨ ਨੂੰ ਲੈ ਕੇ ਜੋ ਹੌਸਲਾ ਦਿਖਾਇਆ, ਉਹ ਹਰ ਕਿਸੇ ਲਈ ਮਿਸਾਲ ਬਣ ਗਿਆ। ਉਹਨਾਂ ਲੋਕਾਂ ਨੇ ਮਿਹਨਤ ਕਰਕੇ ਪਹਾੜ ਤੋਂ ਵਹਿਣ ਵਾਲੇ ਝਰਨੇ ਨੂੰ ਇੱਕ ਨਿਸ਼ਚਿਤ ਦਿਸ਼ਾ ਦੇਣ ਦਾ ਕੰਮ ਕੀਤਾ, ਉਹ ਵੀ ਸ਼ੁੱਧ ਦੇਸੀ ਤਰੀਕਾ, ਜਿਸ ਨਾਲ ਨਾ ਕੇਵਲ ਭੂਮੀ ਕਟਾਵ ਅਤੇ ਫਸਲ ਦੀ ਬਰਬਾਦੀ ਰੁਕੀ ਹੈ, ਬਲਕਿ ਖੇਤਾਂ ਨੂੰ ਵੀ ਪਾਣੀ ਮਿਲ ਰਿਹਾ ਹੈ। ਉਹਨਾਂ ਦੀ ਇਹ ਮਿਹਨਤ ਹੁਣ ਪੂਰੇ ਪਿੰਡ ਦੇ ਲਈ ਜੀਵਨ ਦਾਨ ਤੋਂ ਘੱਟ ਨਹੀਂ ਹੈ। ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਨਾਰਥ ਈਸਟ ਦੇ ਖੂਬਸੂਰਤ ਰਾਜ ਮੇਘਾਲਿਆ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਜਿਸ ਨੇ ਆਪਣੀ ਜਲ ਨੀਤੀ, ਵਾਟਰ ਪਾਲਿਸੀ ਤਿਆਰ ਕੀਤੀ ਹੈ। ਮੈਂ ਉੱਥੋਂ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ। ਹਰਿਆਣਾ ਵਿੱਚ ਉਹਨਾਂ ਫਸਲਾਂ ਦੀ ਖੇਤੀ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਜਿਸ ਵਿੱਚ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਕਿਸਾਨ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ। ਮੈਂ ਹਰਿਆਣਾ ਸਰਕਾਰ ਨੂੰ ਵਿਸ਼ੇਸ਼ ਰੂਪ ਵਿੱਚ ਵਧਾਈ ਦੇਣਾ ਚਾਹੁੰਦਾ ਹਾਂ।
ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਰਵਾਇਤੀ ਖੇਤੀ ਤੋਂ ਹਟ ਕੇ ਘੱਟ ਪਾਣੀ ਵਾਲੀਆਂ ਫਸਲਾਂ ਲਈ ਪ੍ਰੇਰਿਤ ਕੀਤਾ। ਹੁਣ ਤਾਂ ਤਿਉਹਾਰਾਂ ਦਾ ਸਮਾਂ ਆ ਗਿਆ। ਤਿਉਹਾਰਾਂ ਦੇ ਮੌਕੇ ਉੱਤੇ ਕਈ ਮੇਲੇ ਵੀ ਲੱਗਦੇ ਨੇ। ਪਾਣੀ ਦੀ ਸੰਭਾਲ ਲਈ ਕਿਉਂ ਨਾ ਇਹਨਾਂ ਮੇਲਿਆਂ ਦਾ ਵੀ ਉਪਯੋਗ ਕੀਤਾ ਜਾਵੇ। ਮੇਲਿਆਂ ਵਿੱਚ ਸਮਾਜ ਦੇ ਹਰ ਵਰਗ ਦੇ ਲੋਕ ਪਹੁੰਚਦੇ ਨੇ। ਇਹਨਾਂ ਮੇਲਿਆਂ ਵਿੱਚ ਪਾਣੀ ਬਚਾਉਣ ਦਾ ਸੰਦੇਸ਼ ਅਸੀਂ ਬੜੇ ਹੀ ਅਸਰਦਾਰ ਤਰੀਕੇ ਨਾਲ ਦੇ ਸਕਦੇ ਹਾਂ। ਪ੍ਰਦਰਸ਼ਨੀ ਲਗਾ ਸਕਦੇ ਹਾਂ, ਨੁੱਕੜ ਨਾਟਕ ਲਗਾ ਸਕਦੇ ਹਾਂ। ਤਿਉਹਾਰਾਂ ਦੇ ਨਾਲ ਜਲ ਸੁਰੱਖਿਆ ਦਾ ਸੁਨੇਹਾ ਬੜੀ ਆਸਾਨੀ ਨਾਲ ਅਸੀਂ ਪਹੁੰਚਾ ਸਕਦੇ ਹਾਂ। ਸਾਥੀਓ, ਜੀਵਨ ਵਿੱਚ ਕੁਝ ਗੱਲਾਂ ਸਾਨੂੰ ਉਤਸ਼ਾਹ ਨਾਲ ਭਰ ਦਿੰਦੀਆਂ ਨੇ ਅਤੇ ਵਿਸ਼ੇਸ਼ ਰੂਪ ਵਿੱਚ ਬੱਚਿਆਂ ਦੀਆਂ ਪ੍ਰਾਪਤੀਆਂ, ਉਹਨਾਂ ਦੇ ਕਾਰਨਾਮੇ, ਇਹ ਸਾਰਿਆਂ ਨੂੰ ਨਵੀਂ ਊਰਜਾ ਦਿੰਦੇ ਨੇ ਅਤੇ ਇਸ ਲਈ ਅੱਜ ਮੇਰਾ ਕੁਝ ਬੱਚਿਆਂ ਬਾਰੇ ਗੱਲ ਕਰਨ ਦਾ ਮਨ ਕਰਦਾ ਹੈ। ਇਹ ਬੱਚੇ ਨੇ ਨਿਧੀ ਬਾਈਪੋਟੂ, ਮੋਨੀਸ਼ ਜੋਸ਼ੀ, ਦੇਵਾਂਤੀ ਰਾਵਤ, ਤਨੁਸ਼ ਜੈਨ, ਹਰਸ਼ਦੇਵ ਧਰਕਰ, ਅਨੰਤ ਤਿਵਾਰੀ, ਪ੍ਰੀਤੀ ਨਾਗ, ਅਥਰਵ ਦੇਸ਼ਮੁਖ, ਅਰੋਨਯਤੇਸ਼ ਗਾਂਗੁਲੀ ਅਤੇ ਰਿਤਿਕ ਅਲਾਮੰਦਾ। ਮੈਂ ਇਹਨਾਂ ਬਾਰੇ ਜੋ ਦੱਸਾਂਗਾ ਉਸ ਨਾਲ ਤੁਸੀਂ ਵੀ ਮਾਣ ਅਤੇ ਜੋਸ਼ ਨਾਲ ਭਰ ਜਾਓਗੇ। ਅਸੀਂ ਸਾਰੇ ਜਾਣਦੇ ਹਾਂ ਕਿ ਕੈਂਸਰ ਇੱਕ ਅਜਿਹਾ ਸ਼ਬਦ ਹੈ ਜਿਸ ਤੋਂ ਪੂਰੀ ਦੁਨੀਆ ਡਰਦੀ ਹੈ। ਅਜਿਹਾ ਲੱਗਦਾ ਕਿ ਮੌਤ ਦਰਵਾਜ਼ੇ ਉੱਤੇ ਖੜ੍ਹੀ ਹੈ। ਲੇਕਿਨ ਇਹਨਾਂ ਸਾਰੇ 10 ਬੱਚਿਆਂ ਨੇ ਆਪਣੀ ਜ਼ਿੰਦਗੀ ਦੀ ਜੰਗ ਵਿੱਚ ਨਾ ਕੇਵਲ ਕੈਂਸਰ ਨੂੰ, ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਹਰਾਇਆ ਹੈ। ਆਪਣੇ ਕਾਰਨਾਮਿਆਂ ਨਾਲ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ। ਖੇਡਾਂ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਖਿਡਾਰੀ ਟੂਰਨਾਮੈਂਟ ਜਿੱਤਣ ਜਾਂ ਮੈਡਲ ਪ੍ਰਾਪਤ ਕਰਨ ਤੋਂ ਬਾਅਦ ਚੈਂਪੀਅਨ ਬਣਦੇ ਨੇ। ਲੇਕਿਨ ਇਹ ਇੱਕ ਦੁਰਲੱਭ ਮੌਕਾ ਰਿਹਾ ਜਿੱਥੇ ਇਹ ਲੋਕ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੀ ਚੈਂਪੀਅਨ ਸਨ ਅਤੇ ਉਹ ਵੀ ਜ਼ਿੰਦਗੀ ਦੀ ਜੰਗ ਦੇ ਚੈਂਪੀਅਨ। ਦਰਅਸਲ ਇਸੇ ਮਹੀਨੇ ਮਾਸਕੋ ਵਿੱਚ ਵਰਲਡ ਚਿਲਡਰਨਜ਼ ਵਿਨਰਜ਼ ਗੇਮਜ਼ ਦਾ ਆਯੋਜਨ ਹੋਇਆ। ਇਹ ਇੱਕ ਅਜਿਹਾ ਅਨੋਖਾ ਸਪੋਰਟਸ ਟੂਰਨਾਮੈਂਟ ਹੈ ਜਿੱਥੇ ਯੰਗ ਕੈਂਸਰ ਸਰਵਾਈਵਰ, ਯਾਨੀ ਜਿਹੜੇ ਲੋਕ ਆਪਣੇ ਜੀਵਨ ਵਿੱਚ ਕੈਂਸਰ ਨਾਲ ਲੜ ਕੇ ਬਾਹਰ ਨਿਕਲੇ ਨੇ, ਉਹ ਹੀ ਹਿੱਸਾ ਲੈਂਦੇ ਨੇ। ਇਸ ਪ੍ਰਤੀਯੋਗਿਤਾ ਵਿੱਚ ਸ਼ੂਟਿੰਗ, ਚੈਸ, ਸਵਿਮਿੰਗ, ਰਨਿੰਗ, ਫੁੱਟਬਾਲ ਅਤੇ ਟੇਬਲ ਟੈਨਿਸ ਵਰਗੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਾਡੇ ਦੇਸ਼ ਦੇ ਇਹਨਾਂ ਸਾਰੇ 10 ਚੈਂਪੀਅਨਜ਼ ਨੇ ਇਸ ਟੂਰਨਾਮੈਂਟ ਵਿੱਚ ਮੈਡਲ ਜਿੱਤੇ। ਇਹਨਾਂ ਵਿੱਚੋਂ ਕੁਝ ਖਿਡਾਰੀਆਂ ਨੇ ਤਾਂ ਇੱਕ ਤੋਂ ਜ਼ਿਆਦਾ ਖੇਡਾਂ ਵਿੱਚ ਮੈਡਲ ਜਿੱਤੇ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਅਸਮਾਨ ਤੋਂ ਵੀ ਪਾਰ ਅੰਤਰਿਕਸ਼ ਵਿੱਚ ਭਾਰਤ ਦੀ ਸਫਲਤਾ ਦੇ ਬਾਰੇ ਜ਼ਰੂਰ ਮਾਣ ਹੋਇਆ ਹੋਵੇਗਾ। ਚੰਦਰਯਾਨ 2 ਰਾਜਸਥਾਨ ਦੇ ਜੋਧਪੁਰ ਤੋਂ ਸੰਜੀਵ ਹਰੀਪੁਰਾ, ਕੋਲਕਾਤਾ ਤੋਂ ਮਹਿੰਦਰ ਕੁਮਾਰ ਡਾਗਾ, ਤੇਲੰਗਾਨਾ ਤੋਂ ਪੀ ਅਰਵਿੰਦ ਰਾਓ, ਅਜਿਹੇ ਅਨੇਕਾਂ ਦੇਸ਼ ਭਰ ਦੇ ਅਲੱਗ-ਅਲੱਗ ਹਿੱਸਿਆਂ ਤੋਂ ਕਈ ਲੋਕਾਂ ਨੇ ਮੈਨੂੰ ਨਰਿੰਦਰ ਮੋਦੀ ਐਪ ਅਤੇ ਮਾਈਗੋਵ ਉੱਤੇ ਲਿਖਿਆ ਕਿ ਉਹਨਾਂ ਨੇ ਮਨ ਕੀ ਬਾਤ ਵਿੱਚ ਚੰਦਰਯਾਨ 2 ਦੇ ਬਾਰੇ ਵਿੱਚ ਚਰਚਾ ਕਰਨ ਦੀ ਬੇਨਤੀ ਕੀਤੀ ਹੈ। ਦਰਅਸਲ ਸਪੇਸ ਦੀ ਦ੍ਰਿਸ਼ਟੀ ਤੋਂ 2019 ਭਾਰਤ ਲਈ ਬਹੁਤ ਚੰਗਾ ਸਾਲ ਰਿਹਾ। ਸਾਡੇ ਵਿਗਿਆਨਕਾਂ ਨੇ ਮਾਰਚ ਵਿੱਚ ਏਸੈਟ ਲਾਂਚ ਕੀਤਾ ਸੀ ਅਤੇ ਉਸ ਤੋਂ ਬਾਅਦ ਚੰਦਰਯਾਨ 2। ਚੋਣਾਂ ਦੀ ਆਪਾਧਾਪੀ ਵਿੱਚ ਉਸ ਸਮੇਂ ਏਸੈਟ ਵਰਗੀ ਵੱਡੀ ਅਤੇ ਮਹੱਤਵਪੂਰਨ ਖਬਰ ਦੀ ਜ਼ਿਆਦਾ ਚਰਚਾ ਨਹੀਂ ਹੋ ਸਕੀ ਸੀ, ਜਦੋਂ ਕਿ ਅਸੀਂ ਏਸੈਟ ਮਿਸਾਈਲ ਤੋਂ ਸਿਰਫ 3 ਮਿੰਟ ਵਿੱਚ 300 ਕਿਲੋਮੀਟਰ ਦੂਰ ਸੈਟੇਲਾਈਟ ਨੂੰ ਸੁੱਟਣ ਦੀ ਸਮਰੱਥਾ ਹਾਸਲ ਕੀਤੀ। ਇਹ ਉਪਲਬਧੀ ਹਾਸਲ ਕਰਨ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣਿਆ ਅਤੇ ਹੁਣ 22 ਜੁਲਾਈ ਨੂੰ ਪੂਰੇ ਦੇਸ਼ ਨੇ ਬੜੇ ਮਾਣ ਨਾਲ ਦੇਖਿਆ ਕਿ ਕਿੱਦਾਂ ਚੰਦਰਯਾਨ 2 ਨੇ ਸ਼੍ਰੀ ਹਰੀਕੋਟਾ ਤੋਂ ਪੁਲਾੜ ਵੱਲ ਆਪਣੇ ਕਦਮ ਵਧਾਏ। ਚੰਦਰਯਾਨ 2 ਦੇ ਪ੍ਰਪੇਖਣ ਦੀਆਂ ਤਸਵੀਰਾਂ ਨੇ ਦੇਸ਼ ਵਾਸੀਆਂ ਨੂੰ ਗੌਰਵ ਅਤੇ ਜੋਸ਼ ਨਾਲ ਅਤੇ ਖੁਸ਼ੀ ਨਾਲ ਭਰ ਦਿੱਤਾ। ਚੰਦਰਯਾਨ 2 ਇਹ ਮਿਸ਼ਨ ਬਹੁਤ ਸਾਰੇ ਮਾਅਨਿਆਂ ਵਿੱਚ ਮਹੱਤਵਪੂਰਨ ਹੈ। ਚੰਦਰਯਾਨ 2 ਚੰਨ ਦੇ ਬਾਰੇ ਸਾਡੀ ਸਮਝ ਨੂੰ ਹੋਰ ਵੀ ਸਾਫ਼ ਕਰੇਗਾ। ਇਸ ਨਾਲ ਸਾਨੂੰ ਚੰਨ ਦੇ ਬਾਰੇ ਵਧੇਰੇ ਵਿਸਥਾਰ ਨਾਲ ਜਾਣਕਾਰੀਆਂ ਮਿਲ ਸਕਣਗੀਆਂ। ਲੇਕਿਨ ਜੇਕਰ ਤੁਸੀਂ ਮੈਨੂੰ ਪੁੱਛੋ
ਕਿ ਚੰਦਰਯਾਨ 2 ਵਿੱਚ ਕਿਹੜੀਆਂ ਦੋ ਵੱਡੀਆਂ ਸਿੱਖਿਆਵਾਂ ਮਿਲੀਆਂ, ਤਾਂ ਮੈਂ ਕਹਾਂਗਾ ਕਿ ਇਹ ਦੋ ਸਿੱਖਿਆਵਾਂ ਨੇ ਫੇਥ ਅਤੇ ਫੀਅਰਲੈਸਨੈਸ, ਯਾਨੀ ਵਿਸ਼ਵਾਸ ਅਤੇ ਨਿਡਰਤਾ। ਸਾਨੂੰ ਆਪਣੇ ਟੈਲੈਂਟਸ ਅਤੇ ਕਪੈਸਿਟੀਜ਼ ਉੱਤੇ ਭਰੋਸਾ ਹੋਣਾ ਚਾਹੀਦਾ ਅਤੇ ਆਪਣੀ ਪ੍ਰਤਿਭਾ ਅਤੇ ਸਮਰੱਥਾ ਵਿੱਚ ਵਿਸ਼ਵਾਸ ਕਰਨਾ ਚਾਹੀਦਾ। ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਚੰਦਰਯਾਨ 2 ਪੂਰੀ ਤਰ੍ਹਾਂ ਨਾਲ ਭਾਰਤੀ ਰੰਗ ਵਿੱਚ ਢਲਿਆ ਹੈ। ਇਹ ਹਾਰਟ ਐਂਡ ਸਪਿਰਿਟ ਤੋਂ ਭਾਰਤੀ ਹੈ, ਪੂਰੀ ਤਰ੍ਹਾਂ ਨਾਲ ਇੱਕ ਸਵਦੇਸ਼ੀ ਮਿਸ਼ਨ ਹੈ। ਇਸ ਮਿਸ਼ਨ ਨੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਕਿ ਜਦੋਂ ਗੱਲ ਨਵੇਂ ਖੇਤਰਾਂ ਵਿੱਚ ਕੁਝ ਨਵਾਂ ਕਰ ਗੁਜ਼ਰਨ ਦੀ ਹੋਵੇ, ਇਨੋਵੇਟਿਵ ਜ਼ੀਲ ਦੀ ਹੋਵੇ, ਅਤੇ ਸਾਡੇ ਵਿਗਿਆਨੀ ਸਰਵਸ਼੍ਰੇਸ਼ਠ ਨੇ, ਵਿਸ਼ਵ ਪੱਧਰ ਦੇ ਨੇ। ਦੂਸਰਾ ਮਹੱਤਵਪੂਰਨ ਸਬਕ ਇਹ ਹੈ ਕਿ ਕਿਸੇ ਵੀ ਅੜਚਨ ਤੋਂ ਘਬਰਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਸਾਡੇ ਵਿਗਿਆਨਕਾਂ ਨੇ ਰਿਕਾਰਡ ਸਮੇਂ ਵਿੱਚ ਦਿਨ ਰਾਤ ਇੱਕ ਕਰਕੇ ਸਾਰੇ ਟੈਕਨੀਕਲ ਇਸ਼ੂਜ਼ ਨੂੰ ਠੀਕ ਕਰਕੇ ਚੰਦਰਯਾਨ 2 ਨੂੰ ਲਾਂਚ ਕੀਤਾ, ਉਹ ਆਪਣੇ ਆਪ ਵਿੱਚ ਅਨੋਖਾ ਹੈ। ਵਿਗਿਆਨੀਆਂ ਦੀ ਮਹਾਨ ਤਪੱਸਿਆ ਨੂੰ ਪੂਰੀ ਦੁਨੀਆ ਨੇ ਵੇਖਿਆ। ਇਸ ਉੱਤੇ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਅਤੇ ਮੁਸ਼ਕਿਲਾਂ ਦੇ ਬਾਵਜੂਦ ਪਹੁੰਚਣ ਦਾ ਸਮਾਂ ਉਹਨਾਂ ਨੇ ਨਹੀਂ ਬਦਲਿਆ। ਇਸ ਗੱਲ ਦੀ ਵੀ ਬਹੁਤਿਆਂ ਨੂੰ ਹੈਰਾਨੀ ਹੈ। ਸਾਨੂੰ ਆਪਣੇ ਜੀਵਨ ਵਿੱਚ ਵੀ ਟੈਂਪਰੇਰੀ ਸੈਟਬੈਕਸ, ਯਾਨੀ ਅਸਥਾਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਲਈ ਹਮੇਸ਼ਾ ਯਾਦ ਰੱਖੋ, ਇਸ ਤੋਂ ਨਜਿੱਠਣ ਦੀ ਸਮਰੱਥਾ ਵੀ ਸਾਡੇ ਅੰਦਰ ਹੀ ਹੁੰਦੀ ਹੈ। ਮੈਨੂੰ ਪੂਰੀ ਆਸ ਹੈ ਕਿ ਚੰਦਰਯਾਨ 2 ਮੁਹਿੰਮ ਦੇਸ਼ ਦੇ ਨੌਜਵਾਨਾਂ ਨੂੰ ਸਾਇੰਸ ਅਤੇ ਇਨੋਵੇਸ਼ਨ ਦੇ ਲਈ ਪ੍ਰੇਰਿਤ ਕਰੇਗੀ। ਆਖਿਰਕਾਰ ਵਿਗਿਆਨ ਹੀ ਤਾਂ ਵਿਕਾਸ ਦਾ ਰਸਤਾ ਹੈ। ਹੁਣ ਸਾਨੂੰ ਬੇਸਬਰੀ ਨਾਲ ਸਤੰਬਰ ਮਹੀਨੇ ਦੀ ਉਡੀਕ ਹੈ, ਜਦੋਂ ਚੰਦਰਮਾ ਦੀ ਸਤ੍ਹਾ ਉੱਤੇ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਦੀ ਲੈਂਡਿੰਗ ਹੋ ਗਈ। ਅੱਜ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ, ਨੌਜਵਾਨ ਸਾਥੀਆਂ ਨਾਲ ਇੱਕ ਬਹੁਤ ਹੀ ਦਿਲਚਸਪ ਮੁਕਾਬਲੇ ਦੇ ਬਾਰੇ, ਕੰਪੀਟੀਸ਼ਨ ਦੇ ਬਾਰੇ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਅਤੇ ਦੇਸ਼ ਦੇ ਲੜਕੇ ਲੜਕੀਆਂ ਨੂੰ ਸੱਦਾ ਦਿੰਦਾ। ਇੱਕ ਕੁਇਜ਼ ਕੰਪੀਟੀਸ਼ਨ, ਪੁਲਾੜ ਨਾਲ ਜੁੜੀਆਂ ਜਿਗਿਆਸਾਵਾਂ, ਭਾਰਤ ਦਾ ਸਪੇਸ ਮਿਸ਼ਨ, ਸਾਇੰਸ ਅਤੇ ਟੈਕਨੋਲੋਜੀ। ਇਸ ਕੁਇਜ਼ ਕੰਪੀਟੀਸ਼ਨ ਦੇ ਮੁੱਖ ਵਿਸ਼ੇ ਹੋਣਗੇ, ਜਿਵੇਂ ਕਿ ਰਾਕਟ ਲਾਂਚ ਕਰਨ ਦੇ ਲਈ ਕੀ ਕਰਨਾ ਪੈਂਦਾ, ਸੈਟੇਲਾਈਟ ਨੂੰ ਕਿਵੇਂ ਔਰਬਿਟ ਵਿੱਚ ਸਥਾਪਿਤ ਕੀਤਾ ਜਾਂਦਾ ਅਤੇ ਸੈਟੇਲਾਈਟ ਤੋਂ ਅਸੀਂ ਕੀ ਜਾਣਕਾਰੀਆਂ ਪ੍ਰਾਪਤ ਕਰਦੇ ਹਾਂ, ਇਹ ਸੈਟ ਕੀ ਹੁੰਦਾ। ਬਹੁਤ ਸਾਰੀਆਂ ਗੱਲਾਂ ਨੇ। ਮਾਈਗੋਵ ਵੈਬਸਾਈਟ ਉੱਤੇ 1 ਅਗਸਤ ਨੂੰ ਮੁਕਾਬਲੇ ਦੀ ਡਿਟੇਲਸ ਦਿੱਤੀ ਜਾਏਗੀ। ਮੈਂ ਨੌਜਵਾਨ ਸਾਥੀਆਂ ਨੂੰ, ਵਿਦਿਆਰਥੀਆਂ ਨੂੰ ਅਨੁਰੋਧ ਕਰਦਾ ਕਿ ਇਸ ਕੁਇਜ਼ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਅਤੇ ਆਪਣੀ ਹਿੱਸੇਦਾਰੀ ਨਾਲ ਇਸ ਨੂੰ ਦਿਲਚਸਪ, ਰੋਚਕ ਅਤੇ ਯਾਦਗਾਰ ਬਣਾਉਣ। ਮੈਂ ਸਕੂਲਾਂ ਨੂੰ, ਮਾਤਾ ਪਿਤਾ ਨੂੰ, ਉਤਸ਼ਾਹੀ ਅਧਿਆਪਕਾਂ ਨੂੰ ਵਿਸ਼ੇਸ਼ ਬੇਨਤੀ ਕਰਦਾ ਕਿ ਉਹ ਆਪਣੇ ਸਕੂਲ ਨੂੰ ਜੇਤੂ ਬਣਾਉਣ ਦੇ ਲਈ ਹਰ ਸੰਭਵ ਮਿਹਨਤ ਕਰਨ। ਸਾਰੇ ਵਿਦਿਆਰਥੀਆਂ ਨੂੰ ਇਸ ਨਾਲ ਜੁੜਨ ਦੇ ਲਈ ਉਤਸ਼ਾਹਿਤ ਕਰਨ ਅਤੇ ਸਭ ਤੋਂ ਰੋਮਾਂਚਕ ਗੱਲ ਇਹ ਹੈ ਕਿ ਹਰ ਸੂਬੇ ਤੋਂ ਸਭ ਤੋਂ ਜ਼ਿਆਦਾ ਸਕੋਰ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਆਪਣੇ ਖਰਚੇ ਉੱਤੇ ਸ਼੍ਰੀ ਹਰੀਕੋਟਾ ਲੈ ਕੇ ਜਾਵੇਗੀ ਅਤੇ ਸਤੰਬਰ ਵਿੱਚ ਉਹਨਾਂ ਨੂੰ ਉਸ ਪਲ ਦਾ ਗਵਾਹ ਬਣਨ ਦਾ ਮੌਕਾ ਮਿਲੇਗਾ ਜਦੋਂ ਚੰਦਰਯਾਨ ਚੰਦਰਮਾ ਦੀ ਸਤ੍ਹਾ ਉੱਤੇ ਲੈਂਡ ਕਰ ਰਿਹਾ ਹੋਏਗਾ। ਇਹਨਾਂ ਜੇਤੂ ਵਿਦਿਆਰਥੀਆਂ ਲਈ ਉਹਨਾਂ ਦੇ ਜੀਵਨ ਦੀ ਇਤਿਹਾਸਕ ਘਟਨਾ ਹੋਏਗੀ, ਲੇਕਿਨ ਇਸ ਦੇ ਲਈ ਤੁਹਾਨੂੰ ਕੁਇਜ਼ ਕੰਪੀਟੀਸ਼ਨ ਵਿੱਚ ਹਿੱਸਾ ਲੈਣਾ ਪਏਗਾ। ਸਭ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨੇ ਹੋਣਗੇ, ਤੁਹਾਨੂੰ ਜੇਤੂ ਹੋਣਾ ਹੋਏਗਾ। ਸਾਥੀਓ, ਮੇਰਾ ਇਹ ਸੁਝਾਅ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ, ਹੈ ਨਾ ਮਜ਼ੇਦਾਰ ਮੌਕਾ? ਤਾਂ ਅਸੀਂ ਕੁਇਜ਼ ਵਿੱਚ ਹਿੱਸਾ ਲੈਣਾ ਨਾ ਭੁੱਲੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਸਾਥੀਆਂ ਨੂੰ ਪ੍ਰੇਰਿਤ ਕਰੀਏ। ਮੇਰੇ ਪਿਆਰੇ ਦੇਸ਼ ਵਾਸੀਓ, ਤੁਸੀਂ ਇੱਕ ਗੱਲ ਓਬਜ਼ਰਵ ਕੀਤੀ ਹੋਏਗੀ, ਸਾਡੀ ਮਨ ਕੀ ਬਾਤ ਨੇ ਸਵੱਛਤਾ ਮੁਹਿੰਮ ਨੂੰ ਸਮੇਂ ਉੱਤੇ ਗਤੀ ਦਿੱਤੀ ਹੈ ਅਤੇ ਇਸੇ ਤਰ੍ਹਾਂ ਨਾਲ ਸਵੱਛਤਾ ਦੇ ਲਈ ਕੀਤੇ ਜਾ ਰਹੇ ਯਤਨਾਂ ਨੇ ਵੀ ਮਨ ਕੀ ਬਾਤ ਨੂੰ ਹਮੇਸ਼ਾ ਹੀ ਪ੍ਰੇਰਣਾ ਦਿੱਤੀ ਹੈ। 5 ਸਾਲ ਪਹਿਲਾਂ ਸ਼ੁਰੂ ਹੋਇਆ ਸਫ਼ਰ ਅੱਜ ਜਨ ਦੀ ਭਾਗੀਦਾਰੀ ਨਾਲ
ਸਵੱਛਤਾ ਦੇ ਨਵੇਂ ਪੱਧਰ ਸਥਾਪਿਤ ਕਰ ਰਿਹਾ ਹੈ। ਅਜਿਹਾ ਨਹੀਂ ਹੈ ਕਿ ਅਸੀਂ ਸਵੱਛਤਾ ਵਿੱਚ ਆਦਰਸ਼ ਸਥਿਤੀ ਹਾਸਿਲ ਕਰ ਲਈ ਹੈ, ਲੇਕਿਨ ਜਿਸ ਤਰ੍ਹਾਂ ਨਾਲ ODF ਤੋਂ ਲੈ ਕੇ ਜਨਤਕ ਸਥਾਨਾਂ ਤੱਕ ਸਵੱਛਤਾ ਮੁਹਿੰਮ ਵਿੱਚ ਸਫਲਤਾ ਮਿਲੀ ਹੈ, ਉਹ 130 ਕਰੋੜ ਦੇਸ਼ ਵਾਸੀਆਂ ਦੇ ਸੰਕਲਪ ਦੀ ਤਾਕਤ ਹੈ। ਪਰ ਅਸੀਂ ਇੰਨੇ ਉੱਤੇ ਰੁਕਣ ਵਾਲੇ ਨਹੀਂ ਹਾਂ। ਇਹ ਅੰਦੋਲਨ ਹੁਣ ਸਵੱਛਤਾ ਤੋਂ ਸੁੰਦਰਤਾ ਵੱਲ ਵਧ ਰਿਹਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਮੈਂ ਮੀਡੀਆ ਵਿੱਚ ਸ਼੍ਰੀਮਾਨ ਯੋਗੇਸ਼ ਸੈਣੀ ਅਤੇ ਉਹਨਾਂ ਦੀ ਟੀਮ ਦੀ ਕਹਾਣੀ ਵੇਖ ਰਿਹਾ ਸੀ। ਯੋਗੇਸ਼ ਸੈਣੀ ਇੰਜੀਨੀਅਰ ਨੇ ਅਤੇ ਅਮਰੀਕਾ ਤੋਂ ਆਪਣੀ ਨੌਕਰੀ ਛੱਡ ਕੇ ਮਾਂ ਭਾਰਤੀ ਦੀ ਸੇਵਾ ਲਈ ਵਾਪਸ ਆਏ ਨੇ। ਉਹਨਾਂ ਨੇ ਕੁਝ ਸਮਾਂ ਪਹਿਲਾਂ ਦਿੱਲੀ ਨੂੰ ਸਵੱਛ ਹੀ ਨਹੀਂ ਸਗੋਂ ਸੁੰਦਰ ਬਣਾਉਣ ਦਾ ਸੰਕਲਪ ਕੀਤਾ। ਉਹਨਾਂ ਨੇ ਆਪਣੀ ਟੀਮ ਦੇ ਨਾਲ ਲੋਧੀ ਗਾਰਡਨ ਦੇ ਕੂੜੇਦਾਨਾਂ ਤੋਂ ਸ਼ੁਰੂਆਤ ਕੀਤੀ। ਸਟਰੀਟ ਆਰਟ ਦੇ ਮਾਧਿਅਮ ਨਾਲ ਦਿੱਲੀ ਦੇ ਕਈ ਇਲਾਕਿਆਂ ਨੂੰ ਖੂਬਸੂਰਤ ਪੇਂਟਿੰਗਸ ਨਾਲ ਸਜਾਉਣ ਸੰਵਾਰਨ ਦਾ ਕੰਮ ਕੀਤਾ। ਓਵਰ ਬ੍ਰਿਜ ਅਤੇ ਸਕੂਲਾਂ ਦੀਆਂ ਦੀਵਾਰਾਂ ਤੋਂ ਲੈ ਕੇ ਝੁੱਗੀ ਝੌਂਪੜੀਆਂ ਤੱਕ ਉਹਨਾਂ ਨੇ ਆਪਣੇ ਹੁਨਰ ਨੂੰ ਉਕੇਰਨਾ ਸ਼ੁਰੂ ਕੀਤਾ ਤਾਂ ਲੋਕਾਂ ਦਾ ਸਾਥ ਵੀ ਮਿਲਦਾ ਚਲਾ ਗਿਆ ਅਤੇ ਇੱਕ ਤਰ੍ਹਾਂ ਨਾਲ ਇਹ ਸਿਲਸਿਲਾ ਚੱਲ ਪਿਆ। ਤੁਹਾਨੂੰ ਯਾਦ ਹੋਏਗਾ ਕਿ ਕੁੰਭ ਦੇ ਦੌਰਾਨ ਪ੍ਰਯਾਗਰਾਜ ਨੂੰ ਕਿਸ ਤਰ੍ਹਾਂ ਨਾਲ ਸਟਰੀਟ ਪੇਂਟਿੰਗਸ ਨਾਲ ਸਜਾਇਆ ਗਿਆ ਸੀ। ਮੈਨੂੰ ਪਤਾ ਚੱਲਿਆ ਕਿ ਯੋਗੇਸ਼ ਸੈਣੀ ਨੇ ਅਤੇ ਉਹਨਾਂ ਦੀ ਟੀਮ ਨੇ ਉਸ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਰੰਗ ਅਤੇ ਰੇਖਾਵਾਂ ਵਿੱਚ ਕੋਈ ਆਵਾਜ਼ ਭਾਵੇਂ ਨਾ ਹੁੰਦੀ ਹੋਏ, ਲੇਕਿਨ ਇਹਨਾਂ ਨਾਲ ਬਣੀਆਂ ਤਸਵੀਰਾਂ ਨਾਲ ਜੋ ਇੰਦਰ ਧਨੁਸ਼ ਬਣਦੇ ਨੇ, ਉਹਨਾਂ ਦਾ ਸੁਨੇਹਾ ਹਜ਼ਾਰਾਂ ਸ਼ਬਦਾਂ ਨਾਲੋਂ ਵੀ ਕਿਤੇ ਜ਼ਿਆਦਾ ਪ੍ਰਭਾਵੀ ਸਿੱਧ ਹੁੰਦਾ ਅਤੇ ਸਵੱਛਤਾ ਮੁਹਿੰਮ ਦੀ ਖੂਬਸੂਰਤੀ ਵਿੱਚ ਵੀ ਇਹ ਗੱਲ ਅਸੀਂ ਅਨੁਭਵ ਕਰਦੇ ਹਾਂ। ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਵੇਸਟ ਟੂ ਵੈਲਥ ਬਣਾਉਣ ਦਾ ਕਲਚਰ ਸਾਡੇ ਸਮਾਜ ਵਿੱਚ ਡਿਵੈਲਪ ਹੋਵੇ। ਇੱਕ ਤਰ੍ਹਾਂ ਨਾਲ ਕਹੀਏ ਤਾਂ ਅਸੀਂ ਕਚਰੇ ਤੋਂ ਸੋਨਾ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ ਦਿਨੀਂ ਮਾਈਗੋਵ ਉੱਤੇ ਮੈਂ ਇੱਕ ਬੜੀ ਦਿਲਚਸਪ ਟਿੱਪਣੀ ਪੜ੍ਹੀ। ਇਹ ਕਮੈਂਟ ਜੰਮੂ ਕਸ਼ਮੀਰ ਦੇ ਸ਼ੋਪੀਆਨ ਦੇ ਰਹਿਣ ਵਾਲੇ ਭਾਈ ਮੁਹੰਮਦ ਅਸਲਮ ਦਾ ਸੀ। ਉਹਨਾਂ ਨੇ ਲਿਖਿਆ, ਮਨ ਕੀ ਬਾਤ ਪ੍ਰੋਗਰਾਮ ਸੁਣਨਾ ਚੰਗਾ ਲੱਗਦਾ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਸੂਬੇ ਜੰਮੂ ਕਸ਼ਮੀਰ ਵਿੱਚ ਕਮਿਊਨਿਟੀ ਮੋਬਿਲਾਈਜੇਸ਼ਨ ਪ੍ਰੋਗਰਾਮ ਬੈਕ ਟੂ ਵਿਲੇਜ ਦੇ ਆਯੋਜਨ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਦਾ ਆਯੋਜਨ ਜੂਨ ਮਹੀਨੇ ਵਿੱਚ ਹੋਇਆ ਸੀ। ਮੈਨੂੰ ਲੱਗਦਾ ਕਿ ਅਜਿਹੇ ਪ੍ਰੋਗਰਾਮ ਹਰ 3 ਮਹੀਨਿਆਂ ਬਾਅਦ ਆਯੋਜਿਤ ਕੀਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਪ੍ਰੋਗਰਾਮ ਦੀ ਆਨਲਾਈਨ ਮੋਨੀਟਰਿੰਗ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ। ਮੇਰੇ ਵਿਚਾਰ ਨਾਲ ਇਹ ਆਪਣੀ ਤਰ੍ਹਾਂ ਦਾ ਅਜਿਹਾ ਪਹਿਲਾ ਪ੍ਰੋਗਰਾਮ ਸੀ ਜਿਸ ਵਿੱਚ ਜਨਤਾ ਨੇ ਸਰਕਾਰ ਨਾਲ ਸਿੱਧਾ ਸੰਵਾਦ ਕੀਤਾ। ਭਾਈ ਮੁਹੰਮਦ ਅਸਲਮ ਜੀ ਨੇ ਇਹ ਜੋ ਸੁਨੇਹਾ ਮੈਨੂੰ ਭੇਜਿਆ ਅਤੇ ਉਸ ਨੂੰ ਪੜ੍ਹਨ ਤੋਂ ਬਾਅਦ ਬੈਕ ਟੂ ਵਿਲੇਜ ਪ੍ਰੋਗਰਾਮ ਨੂੰ ਜਾਣਨ ਦੀ ਮੇਰੀ ਉਤਸੁਕਤਾ ਵੱਧ ਗਈ ਅਤੇ ਜਦੋਂ ਮੈਂ ਇਸ ਬਾਰੇ ਵਿਸਥਾਰ ਨਾਲ ਜਾਣਿਆ ਤਾਂ ਮੈਨੂੰ ਲੱਗਾ ਕਿ ਪੂਰੇ ਦੇਸ਼ ਨੂੰ ਵੀ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਕਸ਼ਮੀਰ ਦੇ ਲੋਕ ਵਿਕਾਸ ਦੀ ਮੁੱਖ ਧਾਰਾ ਨਾਲ ਜੁੜਨ ਲਈ ਕਿੰਨੇ ਬੇਤਾਬ ਨੇ, ਕਿੰਨੇ ਉਤਸ਼ਾਹੀ ਨੇ, ਇਹ ਇਸ ਪ੍ਰੋਗਰਾਮ ਤੋਂ ਪਤਾ ਲੱਗਦਾ ਹੈ। ਇਸ ਪ੍ਰੋਗਰਾਮ 'ਚ ਪਹਿਲੀ ਵਾਰੀ ਵੱਡੇ ਅਧਿਕਾਰੀ ਸਿੱਧੇ ਪਿੰਡਾਂ ਤੱਕ ਪਹੁੰਚੇ। ਜਿਨ੍ਹਾਂ ਅਧਿਕਾਰੀਆਂ ਨੂੰ ਕਦੀ ਪਿੰਡ ਵਾਲਿਆਂ ਨੇ ਵੇਖਿਆ ਤੱਕ ਨਹੀਂ ਸੀ, ਉਹ ਖੁਦ ਚੱਲ ਕੇ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚੇ ਤਾਂ ਕਿ ਵਿਕਾਸ ਦੇ ਕੰਮ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਸਮਝਿਆ ਜਾ ਸਕੇ, ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ। ਇਹ ਪ੍ਰੋਗਰਾਮ ਹਫ਼ਤੇ ਭਰ ਚੱਲਿਆ ਅਤੇ ਸੂਬੇ ਦੀਆਂ ਸਾਰੀਆਂ ਲਗਭਗ 4,500 ਪੰਚਾਇਤਾਂ ਵਿੱਚ ਸਰਕਾਰੀ ਅਧਿਕਾਰੀਆਂ ਨੇ ਪਿੰਡ ਵਾਲਿਆਂ ਨੂੰ ਸਰਕਾਰੀ ਯੋਜਨਾਵਾਂ ਅਤੇ ਕਾਰਜਕ੍ਰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਵੀ ਜਾਣਿਆ ਕਿ ਉਹਨਾਂ ਤੱਕ ਸਰਕਾਰੀ ਸੇਵਾਵਾਂ ਪਹੁੰਚਦੀਆਂ ਵੀ ਨੇ ਜਾਂ ਨਹੀਂ, ਪੰਚਾਇਤਾਂ ਨੂੰ ਕਿਵੇਂ ਹੋਰ ਮਜ਼ਬੂਤ ਬਣਾਇਆ ਜਾ ਸਕਦਾ, ਉਹਨਾਂ ਦੀ ਆਮਦਨੀ ਨੂੰ ਕਿਵੇਂ ਵਧਾਇਆ ਜਾ ਸਕਦਾ, ਉਹਨਾਂ ਦੀਆਂ ਸੇਵਾਵਾਂ ਆਮ ਲੋਕਾਂ ਦੇ ਜੀਵਨ ਵਿੱਚ ਕੀ ਪ੍ਰਭਾਵ ਪੈਦਾ ਕਰ ਸਕਦੀਆਂ ਨੇ। ਪਿੰਡ ਵਾਲਿਆਂ ਨੇ ਵੀ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਸਾਖਰਤਾ, ਸੈਕਸ ਰੇਸ਼ੋ, ਸਿਹਤ, ਸਵੱਛਤਾ, ਜਲ ਸੁਰੱਖਿਆ, ਬਿਜਲੀ, ਪਾਣੀ, ਬਾਲੜੀ ਸਿੱਖਿਆ, ਸੀਨੀਅਰ ਸਿਟੀਜ਼ਨ ਦੇ ਪ੍ਰਸ਼ਨ, ਅਜਿਹੇ ਕਈ ਵਿਸ਼ਿਆਂ 'ਤੇ ਵੀ ਚਰਚਾ ਹੋਈ। ਸਾਥੀਓ, ਇਹ ਪ੍ਰੋਗਰਾਮ ਕੋਈ ਸਰਕਾਰੀ ਖਾਨਾ ਪੂਰਤੀ ਨਹੀਂ ਸੀ।
ਤੇ ਅਧਿਕਾਰੀ ਸਾਰਾ ਦਿਨ ਪਿੰਡ ਵਿੱਚ ਘੁੰਮ ਕੇ ਵਾਪਸ ਪਰਤ ਆਉਣ। ਲੇਕਿਨ ਇਸ ਵਾਰੀ ਅਧਿਕਾਰੀਆਂ ਨੇ 2 ਦਿਨ ਤੇ 1 ਰਾਤ ਪੰਚਾਇਤ ਵਿੱਚ ਹੀ ਗੁਜ਼ਾਰੀ। ਇਸ ਨਾਲ ਉਹਨਾਂ ਨੂੰ ਪਿੰਡ ਵਿੱਚ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆ। ਹਰ ਕਿਸੇ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ, ਹਰ ਅਦਾਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਗਰਾਮ ਨੂੰ ਇੰਟਰਸਟਿੰਗ ਬਣਾਉਣ ਲਈ ਕਈ ਹੋਰ ਚੀਜ਼ਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਖੇਲੋ ਇੰਡੀਆ ਦੇ ਤਹਿਤ ਬੱਚਿਆਂ ਲਈ ਖੇਡ ਮੁਕਾਬਲਾ ਕਰਵਾਇਆ ਗਿਆ। ਇਸ ਤੋਂ ਇਲਾਵਾ ਸਪੋਰਟਸ ਕਿਟਸ, ਮਨਰੇਗਾ ਦੇ ਜੌਬ ਕਾਰਡਸ ਤੇ SC/ST ਸਰਟੀਫਿਕੇਟਸ ਵੀ ਵੰਡੇ ਗਏ। ਫਾਈਨੈਂਸ਼ੀਅਲ ਲਿਟਰੇਸੀ ਕੈਂਪਸ ਵੀ ਲਗਾਏ। ਐਗਰੀਕਲਚਰ, ਹਾਰਟੀਕਲਚਰ ਵਰਗੇ ਸਰਕਾਰੀ ਅਦਾਰਿਆਂ ਵੱਲੋਂ ਸਟਾਲਸ ਲਗਾਏ ਗਏ ਤੇ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਇੱਕ ਤਰ੍ਹਾਂ ਨਾਲ ਇਹ ਆਯੋਜਨ ਇੱਕ ਵਿਕਾਸ ਉਤਸਵ ਬਣ ਗਿਆ, ਜਨ ਭਾਗੀਦਾਰੀ ਦਾ ਉਤਸਵ ਬਣ ਗਿਆ, ਜਨ ਜਾਗਰਤੀ ਦਾ ਉਤਸਵ ਬਣ ਗਿਆ। ਕਸ਼ਮੀਰ ਦੇ ਲੋਕ ਵਿਕਾਸ ਦੇ ਉਤਸਵ ਵਿੱਚ ਖੁੱਲ੍ਹ ਕੇ ਭਾਗੀਦਾਰ ਬਣੇ। ਖੁਸ਼ੀ ਦੀ ਗੱਲ ਇਹ ਹੈ ਕਿ ਬੈਕ ਟੂ ਵਿਲੇਜ ਪ੍ਰੋਗਰਾਮ ਦਾ ਆਯੋਜਨ ਦੂਰ ਦੁਰਾਡੇ ਪਿੰਡਾਂ ਵਿੱਚ ਵੀ ਕੀਤਾ ਗਿਆ, ਜਿੱਥੇ ਪਹੁੰਚਣ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਮੁਸ਼ਕਿਲ ਰਸਤਿਆਂ ਵਿੱਚੋਂ ਹੋ ਕੇ ਪਹਾੜੀਆਂ ਨੂੰ ਚੜ੍ਹਦੇ ਕਦੇ-ਕਦੇ 1 ਦਿਨ 1.5 ਦਿਨ ਪੈਦਲ ਯਾਤਰਾ ਵੀ ਕਰਨੀ ਪਈ। ਇਹ ਅਧਿਕਾਰੀ ਉਹਨਾਂ ਸਰਹੱਦੀ ਪੰਚਾਇਤਾਂ ਤੱਕ ਵੀ ਪਹੁੰਚੇ ਜੋ ਹਮੇਸ਼ਾ ਕ੍ਰਾਸ ਬਾਰਡਰ ਫਾਇਰਿੰਗ ਦੇ ਅਸਰ ਹੇਠ ਰਹਿੰਦੇ ਨੇ। ਇਹੀ ਨਹੀਂ, ਸ਼ੋਪੀਆਨ, ਪੁਲਵਾਮਾ, ਕੁਲਗਾਮ ਤੇ ਅਨੰਤਨਾਗ ਜ਼ਿਲ੍ਹੇ ਦੇ ਅਤੀ ਸੰਵੇਦਨਸ਼ੀਲ ਇਲਾਕੇ ਵਿੱਚ ਵੀ ਅਧਿਕਾਰੀ ਬਿਨਾਂ ਕਿਸੇ ਡਰ ਦੇ ਪਹੁੰਚੇ। ਕਈ ਅਫਸਰ ਤਾਂ ਆਪਣੇ ਸਵਾਗਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਪਿੰਡਾਂ ਵਿੱਚ ਹੀ ਰੁਕੇ ਰਹੇ। ਇਹਨਾਂ ਇਲਾਕਿਆਂ ਵਿੱਚ ਗ੍ਰਾਮ ਸਭਾਵਾਂ ਦਾ ਆਯੋਜਨ ਹੋਣਾ, ਉਹਨਾਂ ਵਿੱਚ ਵੱਡੀ ਗਿਣਤੀ 'ਚ ਲੋਕਾਂ ਦਾ ਹਿੱਸਾ ਲੈਣਾ ਤੇ ਆਪਣੇ ਲਈ ਯੋਜਨਾਵਾਂ ਤਿਆਰ ਕਰਨਾ, ਇਹ ਸਭ ਬਹੁਤ ਹੀ ਸੁਖਦ ਹੈ। ਨਵਾਂ ਸੰਕਲਪ, ਨਵਾਂ ਜੋਸ਼ ਤੇ ਸ਼ਾਨਦਾਰ ਨਤੀਜੇ। ਅਜਿਹੇ ਪ੍ਰੋਗਰਾਮ ਤੇ ਉਹਨਾਂ ਵਿੱਚ ਲੋਕਾਂ ਦੀ ਭਾਗੀਦਾਰੀ ਇਹ ਦੱਸਦੀ ਹੈ ਕਿ ਕਸ਼ਮੀਰ ਦੇ ਸਾਡੇ ਭੈਣ ਭਰਾ ਗੁੱਡ ਗਵਰਨੈਂਸ ਚਾਹੁੰਦੇ ਨੇ। ਇਸ ਨਾਲ ਇਹ ਵੀ ਸਿੱਧ ਹੋ ਜਾਂਦਾ ਕਿ ਵਿਕਾਸ ਦੀ ਸ਼ਕਤੀ ਬੰਬ ਬੰਦੂਕ ਦੀ ਸ਼ਕਤੀ ਉੱਤੇ ਹਮੇਸ਼ਾ ਭਾਰੂ ਰਹਿੰਦੀ ਹੈ। ਇਹ ਸਾਫ਼ ਹੈ ਕਿ ਜੋ ਲੋਕ ਵਿਕਾਸ ਦੀ ਰਾਹ ਵਿੱਚ ਨਫ਼ਰਤ ਫੈਲਾਉਣਾ ਚਾਹੁੰਦੇ ਨੇ, ਰੁਕਾਵਟ ਪੈਦਾ ਕਰਨਾ ਚਾਹੁੰਦੇ ਨੇ, ਉਹ ਕਦੇ ਆਪਣੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਸਕਦੇ। ਮੇਰੇ ਪਿਆਰੇ ਦੇਸ਼ਵਾਸੀਓ, ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਸ਼੍ਰੀਮਾਨ ਦੱਤਾਤਰੇय ਰਾਮਚੰਦਰ ਬੇਂਦਰੇ ਨੇ ਆਪਣੀ ਕਵਿਤਾ ਵਿੱਚ ਸਾਉਣ ਮਹੀਨੇ ਦੀ ਮਹਿਮਾ ਕੁਝ ਇਸ ਤਰ੍ਹਾਂ ਪੇਸ਼ ਕੀਤੀ ਹੈ। ਇਸ ਕਵਿਤਾ ਵਿੱਚ ਉਹਨਾਂ ਨੇ ਕਿਹਾ ਹੈ, ਹੋਡੀਗੇ ਮਡੀਗੇ ਆਗੇਦ ਲਗਨਾ ਅਦਰਾਗ ਭੂਮੀ ਮਗਨਾ, ਯਾਨੀ ਬਾਰਿਸ਼ ਦੀ ਫੁਹਾਰ ਤੇ ਪਾਣੀ ਦੀ ਧਾਰਾ ਦਾ ਬੰਧਨ ਅਨੋਖਾ ਹੈ ਤੇ ਉਸ ਦੇ ਸੁਹੱਪਣ ਨੂੰ ਵੇਖ ਕੇ ਧਰਤੀ ਮਗਨ ਹੈ। ਪੂਰੇ ਭਾਰਤ ਵਰਸ਼ ਵਿੱਚ ਵੱਖ-ਵੱਖ ਸੱਭਿਆਚਾਰਾਂ ਤੇ ਭਾਸ਼ਾਵਾਂ ਦੇ ਲੋਕ ਸਾਉਣ ਦੇ ਮਹੀਨੇ ਨੂੰ ਆਪੋ ਆਪਣੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਨੇ। ਇਸ ਮੌਸਮ ਵਿੱਚ ਜਦੋਂ ਕਦੇ ਵੀ ਆਪਣੇ ਆਸ-ਪਾਸ ਵੇਖਦੇ ਹਾਂ ਤਾਂ ਇੰਝ ਲੱਗਦਾ ਜਿਵੇਂ ਧਰਤੀ ਨੇ ਹਰਿਆਲੀ ਦੀ ਬੁੱਕਲ ਮਾਰ ਲਈ ਹੋਵੇ। ਚਾਰੇ ਪਾਸੇ ਇੱਕ ਨਵੀਂ ਊਰਜਾ ਦਾ ਸੰਚਾਰ ਹੋਣ ਲੱਗਦਾ ਹੈ। ਇਸ ਪਵਿੱਤਰ ਮਹੀਨੇ ਵਿੱਚ ਕਈ ਸ਼ਰਧਾਲੂ ਕਾਂਵੜ ਯਾਤਰਾ ਤੇ ਅਮਰਨਾਥ ਯਾਤਰਾ ਉੱਤੇ ਜਾਂਦੇ ਨੇ, ਜਦੋਂ ਕਿ ਕਈ ਲੋਕ ਨਿਯਮਿਤ ਰੂਪ ਵਿੱਚ ਵਰਤ ਰੱਖਦੇ ਨੇ ਤੇ ਉਤਸੁਕਤਾ ਨਾਲ ਜਨਮ ਅਸ਼ਟਮੀ ਤੇ ਨਾਗ ਪੰਚਮੀ ਵਰਗੇ ਤਿਉਹਾਰਾਂ ਦੀ ਉਡੀਕ ਕਰਦੇ ਨੇ। ਇਸ ਦੌਰਾਨ ਹੀ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਵੀ ਆਉਂਦਾ। ਸਾਉਣ ਮਹੀਨੇ ਦੀ ਜਦੋਂ ਗੱਲ ਹੋ ਰਹੀ ਹੈ ਤਾਂ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਇਸ ਵਾਰ ਅਮਰਨਾਥ ਯਾਤਰਾ ਵਿੱਚ ਪਿਛਲੇ 4 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਸ਼ਰਧਾਲੂ ਸ਼ਾਮਿਲ ਹੋਏ ਨੇ। 1 ਜੁਲਾਈ ਤੋਂ ਹੁਣ ਤੱਕ 3 ਲੱਖ ਤੋਂ ਜ਼ਿਆਦਾ ਤੀਰਥ ਯਾਤਰੀ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ। 2015 ਵਿੱਚ ਪੂਰੇ 60 ਦਿਨਾਂ ਤੱਕ ਚੱਲਣ ਵਾਲੀ ਇਸ ਯਾਤਰਾ ਵਿੱਚ ਜਿੰਨੇ ਤੀਰਥ ਯਾਤਰੀ ਸ਼ਾਮਿਲ ਹੋਏ ਸਨ, ਉਸ ਨਾਲੋਂ ਜ਼ਿਆਦਾ ਇਸ ਵਾਰ ਸਿਰਫ 28 ਦਿਨਾਂ ਵਿੱਚ ਸ਼ਾਮਿਲ ਹੋ ਚੁੱਕੇ ਨੇ। ਅਮਰਨਾਥ ਯਾਤਰਾ ਦੀ ਸਫਲਤਾ ਦੇ ਲਈ ਮੈਂ ਖਾਸ ਤੌਰ ਉੱਤੇ ਜੰਮੂ ਕਸ਼ਮੀਰ ਦੇ ਲੋਕਾਂ ਤੇ ਉਹਨਾਂ ਦੀ ਮਹਿਮਾਨ ਨਵਾਜ਼ੀ ਦੀ ਵੀ ਤਾਰੀਫ ਕਰਨਾ ਚਾਹੁੰਦਾ। ਜਿਹੜੇ ਲੋਕ ਯਾਤਰਾ ਤੋਂ ਵਾਪਸ ਆਉਂਦੇ ਨੇ, ਉਹ ਸੂਬੇ ਦੇ ਲੋਕਾਂ ਦੀ ਗਰਮਜੋਸ਼ੀ ਤੇ ਆਪਣੇਪਨ ਦੀ ਭਾਵਨਾ ਦੇ
ਮੁਰੀਦ ਹੋ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ ਭਵਿੱਖ ਵਿੱਚ ਸੈਰ ਸਪਾਟੇ ਦੇ ਲਈ ਬਹੁਤ ਲਾਭਕਾਰੀ ਸਾਬਤ ਹੋਣ ਵਾਲੀਆਂ ਨੇ। ਮੈਨੂੰ ਦੱਸਿਆ ਗਿਆ ਕਿ ਉੱਤਰਾਖੰਡ ਵਿੱਚ ਵੀ ਇਸ ਸਾਲ ਜਦੋਂ ਤੋਂ 4 ਧਾਮ ਯਾਤਰਾ ਸ਼ੁਰੂ ਹੋਈ ਹੈ, ਉਦੋਂ ਤੋਂ 1.5 ਮਹੀਨੇ ਦੇ ਅੰਦਰ 8 ਲੱਖ ਤੋਂ ਜ਼ਿਆਦਾ ਸ਼ਰਧਾਲੂ ਕੇਦਾਰਨਾਥ ਧਾਮ ਦੇ ਦਰਸ਼ਨ ਕਰ ਚੁੱਕੇ ਨੇ। 2013 ਵਿੱਚ ਆਈ ਭਿਆਨਕ ਤਬਾਹੀ ਤੋਂ ਬਾਅਦ ਪਹਿਲੀ ਵਾਰੀ ਇੰਨੀ ਰਿਕਾਰਡ ਸੰਖਿਆ ਵਿੱਚ ਤੀਰਥ ਯਾਤਰੀ ਉੱਥੇ ਪਹੁੰਚੇ ਨੇ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਦੇਸ਼ ਦੇ ਉਹਨਾਂ ਹਿੱਸਿਆਂ ਵਿੱਚ ਤੁਸੀਂ ਜ਼ਰੂਰ ਜਾਓ ਜਿਨ੍ਹਾਂ ਦੀ ਖੂਬਸੂਰਤੀ ਮੌਨਸੂਨ ਦੇ ਦੌਰਾਨ ਵੇਖਣ ਵਾਲੀ ਹੁੰਦੀ ਹੈ। ਆਪਣੇ ਦੇਸ਼ ਦੀ ਇਸ ਖੂਬਸੂਰਤੀ ਨੂੰ ਵੇਖਣ ਅਤੇ ਆਪਣੇ ਦੇਸ਼ ਦੇ ਲੋਕਾਂ ਦੇ ਜਜ਼ਬੇ ਨੂੰ ਸਮਝਣ ਦੇ ਲਈ ਟੂਰਿਜ਼ਮ ਅਤੇ ਯਾਤਰਾ ਸ਼ਾਇਦ ਇਸ ਨਾਲੋਂ ਵੱਡਾ ਕੋਈ ਅਧਿਆਪਕ ਨਹੀਂ ਹੋ ਸਕਦਾ। ਮੇਰੀ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾ ਹੈ ਕਿ ਸਾਉਣ ਦਾ ਇਹ ਸੁੰਦਰ ਅਤੇ ਖੁਸ਼ਗਵਾਰ ਮਹੀਨਾ ਤੁਹਾਡੇ ਸਾਰਿਆਂ ਵਿੱਚ ਨਵੀਂ ਊਰਜਾ, ਨਵੀਆਂ ਆਸਾਂ ਅਤੇ ਨਵੀਆਂ ਉਮੀਦਾਂ ਦਾ ਸੰਚਾਰ ਕਰੇ। ਉਸੇ ਤਰ੍ਹਾਂ ਨਾਲ ਅਗਸਤ ਮਹੀਨਾ ਭਾਰਤ ਛੱਡੋ ਉਸ ਦੀ ਯਾਦ ਲੈ ਕੇ ਆਉਂਦਾ। ਮੈਂ ਚਾਹਾਂਗਾ ਕਿ 15 ਅਗਸਤ ਦੀ ਕੁਝ ਖਾਸ ਤਿਆਰੀ ਤੁਸੀਂ ਲੋਕ ਕਰੋ। ਆਜ਼ਾਦੀ ਦੇ ਇਸ ਪਰਵ ਨੂੰ ਮਨਾਉਣ ਦਾ ਨਵਾਂ ਤਰੀਕਾ ਲੱਭੀਏ, ਜਨ ਭਾਗੀਦਾਰੀ ਵਧੇ। 15 ਅਗਸਤ ਲੋਕ ਉਤਸਵ ਕਿਵੇਂ ਬਣੇ, ਜਨ ਉਤਸਵ ਕਿਵੇਂ ਬਣੇ, ਇਸ ਦੀ ਚਿੰਤਾ ਤੁਸੀਂ ਜ਼ਰੂਰ ਕਰੋ। ਦੂਸਰੇ ਪਾਸੇ ਇਹੀ ਉਹ ਸਮਾਂ ਹੈ ਜਦੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਕਈ ਹਿੱਸਿਆਂ ਵਿੱਚ ਦੇਸ਼ ਵਾਸੀ ਹੜ੍ਹ ਨਾਲ ਪ੍ਰਭਾਵਿਤ ਨੇ। ਹੜ੍ਹ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਝੱਲਣੇ ਪੈਂਦੇ ਨੇ। ਹੜ੍ਹ ਦੇ ਸੰਕਟ ਵਿੱਚ ਘਿਰੇ ਉਹਨਾਂ ਸਾਰੇ ਲੋਕਾਂ ਨੂੰ ਮੈਂ ਭਰੋਸਾ ਦਿੰਦਾ ਕਿ ਕੇਂਦਰ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਉਪਲਬਧ ਕਰਵਾਉਣ ਦਾ ਕੰਮ ਤੇਜ਼ੀ ਨਾਲ ਕਰ ਰਿਹਾ। ਵੈਸੇ ਜਦੋਂ ਅਸੀਂ TV ਦੇਖਦੇ ਹਾਂ ਤਾਂ ਬਾਰਿਸ਼ ਦਾ ਇੱਕ ਹੀ ਪੱਖ ਦਿਸਦਾ। ਸਭ ਪਾਸੇ ਹੜ੍ਹ, ਭਰਿਆ ਹੋਇਆ ਪਾਣੀ, ਟ੍ਰੈਫਿਕ ਜਾਮ, ਮੌਨਸੂਨ ਦੀ ਦੂਸਰੀ ਤਸਵੀਰ ਜਿਸ ਵਿੱਚ ਆਨੰਦ ਲੈਂਦਾ ਹੋਇਆ ਸਾਡਾ ਕਿਸਾਨ, ਚਹਿਕਦੇ ਪੰਛੀ, ਵਹਿੰਦੇ ਝਰਨੇ, ਹਰਿਆਲੀ ਦੀ ਬੁੱਕਲ ਮਾਰੀ ਧਰਤੀ, ਇਹ ਵੇਖਣ ਦੇ ਲਈ ਤਾਂ ਤੁਹਾਨੂੰ ਖੁਦ ਹੀ ਪਰਿਵਾਰ ਦੇ ਨਾਲ ਬਾਹਰ ਨਿਕਲਣਾ ਪਏਗਾ। ਬਾਰਿਸ਼ ਤਾਜ਼ਗੀ ਅਤੇ ਖੁਸ਼ੀ ਯਾਨੀ ਫਰੈਸ਼ਨੈਸ ਅਤੇ ਹੈਪੀਨੈਸ ਦੋਵੇਂ ਹੀ ਆਪਣੇ ਨਾਲ ਲਿਆਉਂਦੀ ਹੈ। ਮੇਰੀ ਕਾਮਨਾ ਹੈ ਕਿ ਮੌਨਸੂਨ ਤੁਹਾਨੂੰ ਸਾਰਿਆਂ ਨੂੰ ਲਗਾਤਾਰ ਖੁਸ਼ੀਆਂ ਨਾਲ ਭਰਦਾ ਰਹੇ। ਤੁਸੀਂ ਸਾਰੇ ਸਵਸਥ ਰਹੋ। ਮੇਰੇ ਪਿਆਰੇ ਦੇਸ਼ ਵਾਸੀਓ, ਮਨ ਕੀ ਬਾਤ ਕਿੱਥੋਂ ਸ਼ੁਰੂ ਕਰੀਏ, ਕਿੱਥੇ ਰੁਕੀਏ, ਬੜਾ ਮੁਸ਼ਕਿਲ ਕੰਮ ਲੱਗਦਾ, ਲੇਕਿਨ ਅਖੀਰ ਸਮੇਂ ਦੀ ਸੀਮਾ ਹੁੰਦੀ ਹੈ। 1 ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਫੇਰ ਆਵਾਂਗਾ, ਫੇਰ ਮਿਲਾਂਗਾ। ਮਹੀਨਾ ਭਰ ਤੁਸੀਂ ਮੈਨੂੰ ਬਹੁਤ ਕੁਝ ਦੱਸਣਾ। ਮੈਂ ਆਉਣ ਵਾਲੀ ਮਨ ਕੀ ਬਾਤ ਵਿੱਚ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗਾ ਅਤੇ ਆਪਣੇ ਨੌਜਵਾਨ ਸਾਥੀਆਂ ਨੂੰ ਮੈਂ ਫੇਰ ਯਾਦ ਕਰਵਾਉਂਦਾ ਹਾਂ, ਤੁਸੀਂ ਕੁਇਜ਼ ਕੰਪੀਟੀਸ਼ਨ ਦਾ ਮੌਕਾ ਨਾ ਛੱਡਣਾ। ਤੁਸੀਂ ਸ਼੍ਰੀ ਹਰੀਕੋਟਾ ਜਾਣ ਦਾ ਜਿਹੜਾ ਅਵਸਰ ਮਿਲਣ ਵਾਲਾ, ਇਸ ਨੂੰ ਕਿਸੇ ਵੀ ਹਾਲਤ ਵਿੱਚ ਕਦੇ ਨਾ ਗਵਾਉਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਮਸਕਾਰ।